ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਗੁਰਤੇਜ ਸਿੰਘ ਠਕਰਾਲ ਤੇ ਇਹ ਹੈ ਅੱਜ ਦਾ ਮੁੱਦਾ। ਸਵਾਗਤ ਹੈ ਤੁਹਾਡਾ ਅੱਜ ਦੇ ਇਸ ਸ਼ੋਅ ਦੇ ਵਿੱਚ ਔਰ ਅੱਜ ਦਾ ਇਹ ਸ਼ੋਅ ਹੈਗਾ ਖਾਸ ਤੁਹਾਡੇ ਸਾਰਿਆਂ ਵਾਸਤੇ। ਵੈਸੇ ਤਾਂ ਹਰ ਸ਼ੋਅ ਹੀ ਖਾਸ ਹੁੰਦਾ ਹੈ ਸਾਡੇ ਇਸ ਅੱਜ ਦਾ ਮੁੱਦਾ ਦੇ ਵਿੱਚ। ਜਿਹੜਾ ਵੀ ਆਪਾਂ ਟੌਪਿਕ ਲੈ ਕੇ ਆਉਂਦੇ ਆ ਉਹਦੇ ਵਿੱਚ ਐਸੀਆਂ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਹਾਡੇ ਲਈ ਜਾਣਨੀਆਂ ਬਹੁਤ ਜ਼ਰੂਰੀ ਹੁੰਦੀਆਂ। ਪਰ ਕਦੀ ਕਦੀ ਇਹ ਜਿਹੜਾ ਮੁੱਦਾ ਹੈਗਾ ਆ ਇਹ ਹਰ ਇੱਕ ਨਾਲ ਜੁੜਿਆ ਹੁੰਦਾ ਹੈ, ਹਰ ਇੱਕ ਉਸ ਸ਼ਖਸ ਨਾਲ ਜਿਹੜਾ ਉਸ ਚੀਜ਼ ਦੇ ਨਾਲ ਡਾਇਰੈਕਟਲੀ ਜੁੜਿਆ ਜਾਂ ਫਿਰ ਇਨਡਾਇਰੈਕਟਲੀ ਜੁੜਿਆ ਹੋਇਆ। ਕਿਉਂਕਿ ਇਹ ਦੋ ਹੀ ਐਸੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕੋਈ ਰਿਲੇਸ਼ਨ ਦੇ ਨਾਲ ਸਾਨੂੰ ਇੰਪੋਰਟੈਂਸ ਦਾ ਪਤਾ ਕਰਾਉਂਦੀਆਂ ਹੈਗੀਆਂ। ਈਦਰ ਵੀ ਆਰ ਡਾਇਰੈਕਟਲੀ ਰਿਲੇਟਡ ਟੂ ਇਟ ਔਰ ਇਨਡਾਇਰੈਕਟਲੀ। ਪਰ ਇਹਦੇ ਇੱਕ ਇਸ ਮੁੱਦੇ ਦੇ ਵਿੱਚ ਚਾਹੇ ਤੁਸੀਂ ਡਾਇਰੈਕਟਲੀ ਜੁੜੇ ਹੋ ਜਾਂ ਇਨਡਾਇਰੈਕਟਲੀ, ਇੰਪੋਰਟੈਂਟ ਜਿਹੜੀਆਂ ਇਹ ਚੀਜ਼ਾਂ ਬਹੁਤ ਬਣ ਜਾਂਦੀਆਂ। ਫਰਜ਼ ਕਰੋ ਤੁਹਾਡਾ ਕੋਈ ਰਿਸ਼ਤੇਦਾਰ ਹੈਗਾ ਜਿਸ ਨਾਲ ਤੁਸੀਂ ਡਾਇਰੈਕਟਲੀ ਜੁੜੇ ਹੋ। ਜੇ ਕੋਈ ਟਰਬਲ ਉਹਨੂੰ ਹੁੰਦੀ ਹੈ ਤੇ ਹਾਂਜੀ ਤੁਹਾਨੂੰ ਉਹਦਾ ਡਾਇਰੈਕਟ ਅਸਰ ਪਏਗਾ। ਟਰਬਲ ਜਿਹੜੀ ਹੈ ਤੁਹਾਨੂੰ ਹੋਏਗੀ, ਤੁਸੀਂ ਵੀ ਪਰੇਸ਼ਾਨ ਹੋਵੋਗੇ। ਪਰ ਜਿਹੜਾ ਇਨਡਾਇਰੈਕਟਲੀ ਜੁੜਿਆ, ਦੂਰ ਦੀ ਰਿਸ਼ਤੇਦਾਰੀ ਪੈਂਦੀ ਹੈ, ਫਿਰ ਕੁਛ ਇੰਨਾ ਫਰਕ ਨਹੀਂ ਪਊਗਾ। ਹਾਂ, ਤੁਹਾਨੂੰ ਬੈਡ ਫੀਲ ਜ਼ਰੂਰ ਹੋਏਗਾ। ਪਰ ਆਪਾਂ ਅੱਜ ਗੱਲ ਕਰਨੀ ਹੈ ਉਸ ਸ਼ਖਸੀਅਤ ਬਾਰੇ ਜਿਹਦੇ ਨਾਲ ਅਸੀਂ ਡਾਇਰੈਕਟਲੀ ਜੁੜੇ ਹੋਏ ਹਾਂ, ਚਾਹੇ ਰਿਲੇਸ਼ਨ ਸਾਡਾ ਇਨਡਾਇਰੈਕਟ ਵੀ ਨਾ ਬਣਦਾ ਹੋਵੇ ਉਹਦੇ ਨਾਲ। ਅਸੀਂ ਗੱਲ ਕਰ ਰਹੇ ਹਾਂ ਸਾਡੇ ਕਿਸਾਨਾਂ ਦੀ। ਪੰਜਾਬ ਦੇ ਜਾਂ ਦੁਨੀਆ 'ਚ ਕਿਸੇ ਵੀ ਧਰਤੀ 'ਤੇ, ਕਿਸੇ ਵੀ ਥਾਂ 'ਤੇ, ਕਿਸੇ ਵੀ ਲੋਕੇਸ਼ਨ 'ਤੇ ਵੱਸਦੇ ਹੋਏ ਉਹ ਕਿਸਾਨ ਜਿਹੜਾ ਖੂਨ ਪਸੀਨਾ ਇੱਕ ਕਰਕੇ, ਮਿਹਨਤ ਕਰਕੇ ਆਪਣੀ ਉਸ ਜ਼ਮੀਨ ਨੂੰ, ਚਾਹੇ ਉਹ ਬੰਜਰ ਹੈ ਚਾਹੇ ਉਹ ਉਪਜਾਊ, ਉਹਦੇ ਵਿੱਚੋਂ ਅੰਨ ਪੈਦਾ ਕਰਦਾ ਹੈ। ਇਹੋ ਹੀ ਅੰਨ ਹੈਗਾ ਜਿਹੜਾ ਸਾਡਾ ਢਿੱਡ ਭਰਦਾ ਹੈ, ਸਾਨੂੰ ਨਿਊਟ੍ਰੀਸ਼ਨ ਦਿੰਦਾ ਹੈਗਾ, ਸਾਨੂੰ ਤਾਕਤ ਦਿੰਦਾ ਹੈਗਾ ਕਿ ਅਸੀਂ ਇੱਕ ਹੋਰ ਦਿਨ ਜਿਹੜਾ ਫੁੱਲ ਪਾਵਰ ਦੇ ਨਾਲ ਜੀਏ ਜਾਂ ਆਪਾਂ ਜਿਉਂਦੇ ਰਹੀਏ। ਖਾਣਾ ਸਾਡੀ ਜ਼ਿੰਦਗੀ ਲਈ ਓਨਾ ਹੀ ਇੰਪੋਰਟੈਂਟ ਹੈਗਾ ਜਿੰਨੇ ਬਾਕੀ ਕੰਮ ਕਰਨੇ। ਪਰ ਬਾਕੀ ਕੰਮ ਜਿਹੜੇ ਬਹੁਤੇ ਇੰਪੋਰਟੈਂਟ ਨਹੀਂ ਹੈਗੇ ਉਹ ਆਪਾਂ ਅਵੋਇਡ ਕਰ ਸਕਦੇ ਹਾਂ। ਪਰ ਖਾਣੇ ਬਗੈਰ ਆਪਾਂ ਕੁਝ ਦਿਨ ਤੇ ਰਹਿ ਸਕਦੇ ਹਾਂ, ਪਰ ਸਾਰੀ ਜ਼ਿੰਦਗੀ ਨਹੀਂ। ਜਿੱਦਾਂ ਪਾਣੀ ਹੈ, ਪਾਣੀ ਇੱਕ ਐਸੀ ਚੀਜ਼ ਹੈ ਕਿ ਤੁਸੀਂ ਸਾਹ ਤੇ ਪਾਣੀ ਨੂੰ ਇੱਕੋ ਕੈਟੇਗਰੀ 'ਚ ਰੱਖ ਸਕਦੇ ਹੋ। ਬਗੈਰ ਸਾਹ ਦੇ ਤੁਸੀਂ ਜ਼ਿਆਦਾ ਦੇਰ ਨਹੀਂ ਰਹਿ ਸਕਦੇ ਤੇ ਬਗੈਰ ਪਾਣੀ ਦੇ ਵੀ ਨਹੀਂ। ਪਰ ਖਾਣਾ ਜਿਹੜਾ ਹੈ ਉਹਦੇ ਲਈ ਤੁਸੀਂ ਥੋੜ੍ਹੇ ਦਿਨ ਤਾਂ ਕੱਢ ਲਓਗੇ, ਪਰ ਐਟ ਦੀ ਐਂਡ ਤੁਹਾਨੂੰ ਖਾਣਾ ਪੈਣਾ ਹੈ। ਉਹ એનર્ਜੀ ਲੈਵਲ ਜਾਂ ਉੱਦਾਂ ਦੀ ਤਾਕਤ ਤੁਹਾਡੇ ਅੰਦਰ ਨਹੀਂ ਰਹੇਗੀ ਜੇ ਤੁਸੀਂ ਖਾਣਾ ਕਾਫੀ ਦੇਰ ਛੱਡ ਦਿਓਗੇ। ਖੈਰ, ਖਾਣੇ ਦਾ ਨਾ ਤੁਹਾਡੇ ਨਾਲ ਡਾਇਰੈਕਟ ਰਿਲੇਸ਼ਨ ਹੈਗਾ। ਖਾਣਾ ਪ੍ਰੋਡਿਊਸ ਕਰਨ ਵਾਲੇ ਜਿਹੜੇ ਕਿਸਾਨ, ਖੈਰ ਉਹਨਾਂ ਨਾਲ ਤੁਹਾਡਾ ਇਨਡਾਇਰੈਕਟ ਰਿਲੇਸ਼ਨ ਜ਼ਰੂਰ ਹੋ ਸਕਦਾ ਕੋਈ ਨਾ ਕੋਈ। ਤੁਸੀਂ ਕਿਸੇ ਕਿਸਾਨ ਨੂੰ ਨਹੀਂ ਵੀ ਜਾਣਦੇ ਹੋ ਸਕਦੇ, ਪਰ ਉਹ ਕਿਸਾਨ ਦੁਆਰਾ ਪ੍ਰੋਡਿਊਸ ਕੀਤੀ ਗਈ ਉਹ ਜਿਹੜੀ ਫਸਲ ਹੈਗੀ ਆ ਉਹ ਤੁਹਾਡੇ ਘਰ ਡਾਇਰੈਕਟਲੀ ਪਹੁੰਚਦੀ ਆ, ਪਰ ਉਹਦੇ ਬਗੈਰ ਤੁਸੀਂ ਰਹਿ ਨਹੀਂ ਸਕਦੇ। ਕਿਉਂਕਿ ਬਹੁਤ ਘੱਟ ਲੋਕ ਹੈਗੇ ਆ ਜਿਹੜੇ ਕਹਿ ਲਓ ਖਾਣਾ ਨਾ ਖਾ ਕੇ ਰਹਿੰਦੇ ਹੋਗੇ ਆ, ਬਹੁਤ ਘੱਟ ਮੀਲ ਖਾਂਦੇ ਹੋਗੇ। ਜ਼ਿਆਦਾਤਰ ਆਬਾਦੀ ਜਿਹੜੀ ਹੈ ਉਹ ਤੁਹਾਨੂੰ 3 ਟਾਈਮ ਦਾ ਖਾਣਾ ਜਾਂ 3 ਤੋਂ ਜ਼ਿਆਦਾ ਟਾਈਮ ਦਾ ਖਾਣਾ ਜ਼ਰੂਰ ਚਾਹੀਦਾ ਹੁੰਦਾ। ਔਰ ਜਦੋਂ ਇੱਦਾਂ ਦੀ ਮੁਸੀਬਤ ਕੋਈ ਉਹਨਾਂ ਲੋਕਾਂ 'ਤੇ ਆ ਜਾਵੇ ਜਿਹੜਾ ਤੁਹਾਡਾ ਖਾਣਾ ਪ੍ਰੋਡਿਊਸ ਕਰਨ ਲਈ ਦਿਨ ਰਾਤ ਇੱਕ ਕਰਦੇ, ਮਿਹਨਤ ਕਰਦੇ, ਖੂਨ ਪਸੀਨਾ ਕਰ ਦਿੰਦੇ ਆ, ਫਿਰ ਉਦੋਂ ਫਿਕਰ ਦੀ ਗੱਲ ਹੋਣੀ ਚਾਹੀਦੀ ਆ। ਪਰ ਅਨਫੋਰਚੂਨੇਟਲੀ ਸਾਨੂੰ ਇੰਨੀ ਕੋਈ ਫਿਕਰ ਹੁੰਦੀ ਨਹੀਂ, ਕਿਉਂਕਿ ਅਸੀਂ ਜਦੋਂ ਸਟੋਰ 'ਚ ਜਾਂਦੇ ਹਾਂ ਉੱਥੇ ਸਾਨੂੰ ਖਾਣਾ ਪਿਆ ਮਿਲਦਾ ਹੈ। ਇਮੈਜਿਨ ਕਰੋ ਕਿ ਤੁਸੀਂ ਕੱਲ੍ਹ ਇੱਕ ਸਟੋਰ 'ਚ ਜਾਓ ਅਤੇ ਉੱਥੇ ਤੁਹਾਨੂੰ ਉਹ ਚੀਜ਼ ਨਾ ਮਿਲੇ ਜਿਹੜੀ ਤੁਹਾਡੀ ਮਨਪਸੰਦ ਹੈਗੀ ਹੈ, ਕਿ ਤੁਹਾਨੂੰ ਆਟਾ ਨਾ ਮਿਲੇ ਜਾਂ ਚੌਲ ਨਾ ਮਿਲਣ, ਅਤੇ ਸਟੋਰ ਦਾ ਜਿਹੜਾ ਮੈਨੇਜਰ ਹੈਗਾ ਉਹ ਕਹੇ ਕਿ ਕਿਸਾਨਾਂ ਨੇ ਜੀ ਜਿਹੜਾ ਆ ਫਸਲ ਉਗਾਉਣ ਤੋਂ ਮਨਾ ਕਰ ਦਿੱਤਾ ਹੈ, ਇਸ ਲਈ ਸਾਡੇ ਕੋਲ ਇਹ ਚੌਲ ਜਾਂ ਜਿਹੜੀ ਵੀ ਚੀਜ਼ ਸਾਨੂੰ ਚਾਹੀਦੀ ਅਵੇਲੇਬਲ ਨਹੀਂ ਹੈਗੀ। ਫਿਰ ਤੁਹਾਡੇ 'ਤੇ ਡਾਇਰੈਕਟ ਅਸਰ ਹੋਏਗਾ। ਪਰ ਇਹ ਚੀਜ਼ ਹੁੰਦੀ ਨਹੀਂ, ਕਿਉਂਕਿ ਇੱਕ ਸੋਰਸ ਤੋਂ ਨਾ ਆਵੇ ਅਤੇ ਦੂਜੇ ਸੋਰਸ ਤੋਂ ਚੀਜ਼ ਆ ਜਾਂਦੀ ਆ। ਅਤੇ ਇਹਦੇ 'ਚ ਅਸੀਂ ਜਿਹੜਾ ਆ ਥੋੜ੍ਹੇ ਜਿਹੇ ਕੇਅਰਲੈਸ ਹੋ ਜਾਂਦੇ ਆ ਕਿ ਕੋਈ ਗੱਲ ਨਹੀਂ, ਇੱਥੋਂ ਨਹੀਂ ਤੇ ਉੱਥੋਂ ਸਹੀ ਸਾਡੇ ਤੱਕ ਤੇ ਚੀਜ਼ ਪਹੁੰਚਦੀ ਪਈ ਆ। ਅਸੀਂ ਸੈਲਫਿਸ਼ ਹੋ ਜਾਂਦੇ ਹਾਂ। ਸਾਨੂੰ ਸੈਲਫਲੈਸ ਹੋਣਾ ਪਏਗਾ ਅਤੇ ਹਰ ਉਸ ਸੋਰਸ ਬਾਰੇ ਸੋਚਣਾ ਪਏਗਾ ਜਿੱਥੋਂ ਸਾਡਾ ਖਾਣਾ ਆਉਂਦਾ ਜਾਂ ਸਾਡਾ ਨਹੀਂ ਆਉਂਦਾ, ਕਿਸੇ ਹੋਰ ਦਾ ਖਾਣਾ ਆਉਂਦਾ। ਚਲੋ, ਗੱਲ ਨੂੰ ਘੁਮਾ ਫਿਰਾ ਕੇ ਨਹੀਂ ਰੱਖਦੇ, ਗੱਲ ਨੂੰ ਸਿੱਧਾ ਪੇਸ਼ ਕਰਦੇ ਹਾਂ। ਮੈਂ ਗੱਲ ਕਰ ਰਿਹਾ ਪੰਜਾਬ ਦੇ ਕਿਸਾਨਾਂ ਦੀ, ਜੋ ਕਿ ਇਸ ਵੇਲੇ ਮੰਦੀ ਦੇ ਹਾਲਾਤ ਵਿੱਚ ਹੈਗੇ ਆ। ਪਿਛਲੇ 3-4 ਦਿਨਾਂ ਤੋਂ ਪੰਜਾਬ ਅਤੇ ਇੰਡੀਆ ਦੇ ਵਿੱਚ ਐਸੇ ਤੂਫਾਨ ਆਏ ਹੈਗੇ ਆ, ਜਾਂ ਹੁਣ ਵੀ ਤੂਫਾਨੀ ਹਵਾਵਾਂ ਉੱਥੇ ਚੱਲ ਰਹੀਆਂ ਹੈਗੀਆਂ, ਜਿਹਦੇ ਨਾਲ ਲਗਾਤਾਰ ਜਿਹੜੀ ਹੈ ਫਸਲ ਦੀ ਬਰਬਾਦੀ ਹੋ ਰਹੀ ਆ। ਪੰਜਾਬ ਦੇ ਵਿੱਚ ਪਿਛਲੇ 2 ਦਿਨ 'ਚ ਅਚਾਨਕ ਹੀ ਇੰਨੀਆਂ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਨ ਕਿ ਜਿਹਦਾ ਅਨੁਮਾਨ ਜਿਹੜਾ ਆ ਪਹਿਲਾਂ ਕੋਈ ਵਧੀਆ ਤਰੀਕੇ ਨਾਲ ਨਹੀਂ ਸੀ ਲੱਗ ਪਾਇਆ। ਪਰ ਹਵਾਵਾਂ ਇੰਨੀਆਂ ਤੇਜ਼ ਚੱਲੀਆਂ ਵੀ ਸਭ ਹੈਰਾਨ ਹੋ ਗਏ ਵੀ ਇੰਨਾ ਤੇਜ਼ ਝੱਖੜ, ਇੰਨਾ ਤੇਜ਼ ਤੂਫਾਨ ਕਿੱਦਾਂ ਆ ਗਿਆ। ਕਿਉਂਕਿ ਕੁਝ ਦਿਨ ਪਹਿਲਾਂ ਤੱਕ ਤਾਂ ਮੌਸਮ ਠੀਕ ਠਾਕ ਜਿਹਾ ਸੀ, ਨਾ ਬਹੁਤੀ ਗਰਮੀ ਸੀਗੀ ਅਤੇ ਨਾ ਹੀ ਮੌਸਮ ਦੇ ਵਿੱਚ ਕੋਈ ਜ਼ਿਆਦਾ ਬਦਲਾਵ ਹੋ ਰਹੇ ਸੀ, ਨਾ ਹੀ ਕੋਈ ਮੀਂਹ ਦੇ ਅਸਾਰ ਪੈ ਰਹੇ ਸੀ। ਪਰ ਅਚਾਨਕ ਜਿਹੜਾ ਆ ਸੋਮਵਾਰ ਦੀ ਰਾਤ ਨੂੰ ਐਡਾ ਤੇਜ਼ ਤੂਫਾਨ ਆਇਆ ਜਿਹਦੇ ਕਰਕੇ ਬਹੁਤ ਜਿਹੜੀ ਹਲਚਲ ਮਚ ਗਈ ਸੀ ਆਸ-ਪਾਸ।
ਔਰ ਬਹੁਤ ਸਾਰੀਆਂ ਫਸਲਾਂ ਤਬਾਹ ਹੋ ਗਈਆਂ। ਉਸ ਤੋਂ ਬਾਅਦ ਮੀਂਹ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਕੁਝ ਇਲਾਕਿਆਂ 'ਚ ਥੋੜ੍ਹੀ ਦੇਰ ਪਹਿਲਾਂ ਹੀ ਬੰਦ ਹੋਇਆ ਅਤੇ ਲਗਾਤਾਰ ਕਈ ਇਲਾਕਿਆਂ 'ਚ ਤਾਂ ਪੈ ਵੀ ਰਿਹਾ। ਅਤੇ ਇਸ ਸਾਰੇ ਚੱਕਰ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋਇਆ, ਜਾਨ ਮਾਲ ਦਾ ਵੀ ਅਤੇ ਫਸਲਾਂ ਦਾ ਵੀ। ਤੁਹਾਨੂੰ ਦੱਸ ਦਿੰਦੇ ਹਾਂ, ਸਭ ਤੋਂ ਪਹਿਲੇ ਤਾਂ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਂਦਾ ਹਾਂ। ਇਹ ਵੀਡੀਓ ਜਿਹੜੀ ਇੱਕ ਵਿਆਹ ਦੇ ਵਿੱਚ ਸ਼ੂਟ ਹੋਈ ਸੀਗੀ, ਜੋ ਕਿ ਵਿਆਹ ਦਾ ਫੰਕਸ਼ਨ ਸੋਮਵਾਰ ਦੀ ਰਾਤ ਚੱਲ ਰਿਹਾ ਸੀ 15 ਤਰੀਕ ਨੂੰ। ਤੇ ਉੱਥੇ ਇਹ ਜਦੋਂ ਤੂਫਾਨ ਅਚਾਨਕ ਰਾਤ ਨੂੰ ਆਇਆ ਤੇ ਉਦੋਂ ਕੀ ਮੰਜ਼ਰ ਬਣਿਆ ਹੋਇਆ ਸੀ, ਇਹ ਤੁਸੀਂ ਆਪ ਦੇਖੋ। के काज थोड़ी वो देखो यार क्या कर रहे हैं। किन्नी खिंचा सी, सब कुछ उड़ गया यार। तो 1 ਮਿੰਟ ਦੀ ਇਹ ਵੀਡੀਓ ਹੈਗੀ ਆ, ਔਰ ਵੀਡੀਓ 'ਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਤੂਫਾਨ ਨੇ ਉੱਥੇ ਹਾਹਾਕਾਰ ਮਚਾ ਦਿੱਤੀ। ਗਲਾਸ ਟੁੱਟ ਰਹੇ ਸੀ, ਟੈਂਟ ਟੁੱਟ ਰਹੇ ਸੀ, ਔਰ ਇੰਨੀ ਹਾਹਾਕਾਰ ਉੱਥੇ ਮਚ ਗਈ ਕਿ ਸਾਰਿਆਂ ਨੂੰ ਜਿਹੜਾ ਆ ਭੱਜ ਕੇ ਹਾਲ ਦੇ ਅੰਦਰ ਵੜਨਾ ਪੈ ਗਿਆ। ਟ੍ਰੈਫਿਕ ਜਿਹੜਾ ਨੈਸ਼ਨਲ ਹਾਈਵੇ 'ਤੇ ਸੀਗਾ ਉਹ ਥਾਂ ਦਾ ਥਾਂ ਹੀ ਖੜਿਆ ਰਹਿ ਗਿਆ, ਕਿਉਂਕਿ ਇੰਨੀ ਮਿੱਟੀ, ਇੰਨੀ ਧੂਲ ਉੱਡ ਰਹੀ ਸੀਗੀ ਕਿ ਅੱਗੇ ਦੇਖਣਾ ਨਾਮੁਮਕਿਨ ਹੋ ਗਿਆ ਸੀ। ਦਿੱਲੀ ਏਅਰਪੋਰਟ 'ਤੇ ਵੀ ਕੁਝ ਦੇਰ ਲਈ ਫਲਾਈਟਸ ਨੂੰ ਜਿਹੜਾ ਆ ਡਿਲੇ ਕਰਨਾ ਪਿਆ। ਬੱਸਾਂ ਜਾਂ ਫਿਰ ਹੋਰ ਵੀ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਸੀਗੇ ਉਹਨਾਂ ਨੂੰ ਥੋੜ੍ਹੀ ਦੇਰ ਰੋਕਣਾ ਪੈ ਗਿਆ, ਤਾਂ ਕਿ ਇਸ ਤੂਫਾਨ ਨੂੰ ਥੋੜ੍ਹਾ ਥੰਮ ਲੈਣ ਦਿੱਤਾ ਜਾਵੇ। ਸੋ ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਤੂਫਾਨ ਜਿਹੜਾ ਪਿਛਲੇ 2-3 ਦਿਨ ਦੇ ਵਿੱਚ ਕਿੰਨਾ ਕੁ ਨੁਕਸਾਨ ਕਰ ਹਟਿਆ। ਪੰਜਾਬ ਦੇ ਵਿੱਚ ਜਾਨੀ ਨੁਕਸਾਨ ਦੀ ਤਾਂ ਕੋਈ ਖਬਰ ਨਹੀਂ ਹੈਗੀ, ਪਰ ਹਾਂਜੀ ਫਸਲਾਂ ਦਾ ਨੁਕਸਾਨ ਲਗਾਤਾਰ ਹੋ ਰਿਹਾ ਹੈਗਾ। ਫਸਲਾਂ ਜਿਹੜੀਆਂ ਲਗਾਤਾਰ ਬਰਬਾਦ ਹੋ ਰਹੀਆਂ ਹੈਗੀਆਂ, ਔਰ ਆਉਣ ਵਾਲੇ 4 ਦਿਨ ਦਾ ਅਨੁਮਾਨ ਇਹ ਹੈਗਾ ਕਿ ਅਗਲੇ 4 ਦਿਨ ਵੀ ਜਿਹੜਾ ਆ ਹਵਾਵਾਂ ਤੇਜ਼ ਚੱਲਣ ਦੇ ਅਤੇ ਮੀਂਹ ਪੈਣ ਦੇ ਜਿਹੜੇ ਆ ਅਨੁਮਾਨ ਹੈਗੇ ਆ। ਔਰ ਜਿੱਦਾਂ ਕਿ ਆਪਾਂ ਗੱਲ ਕਰੀਏ ਪੰਜਾਬ ਦੀ, ਮੇਰਾ ਰੀਸੈਂਟ ਦੌਰਾ ਪੰਜਾਬ ਦਾ ਸੀਗਾ ਕੁਛ ਦਿਨ ਪਹਿਲਾਂ ਹੀ। ਜਿੱਦਣ ਤੂਫਾਨ ਸੀਗਾ ਉਦੋਂ ਮੈਂ ਵੀ ਕਮਿਊਟ ਕਰ ਰਿਹਾ ਸੀਗਾ, ਅਤੇ ਅਸੀਂ ਦੇਖ ਸਕਦੇ ਹਾਲਾਤ ਕਿੰਨੇ ਖਰਾਬ ਹੈਗੇ ਸੀਗੇ। ਫਸਲਾਂ ਪੂਰੀਆਂ ਪੱਕੀਆਂ ਪਈਆਂ ਸੀਗੀਆਂ, ਰੈਡੀ ਟੂ ਹਾਰਵੈਸਟ, ਅਤੇ ਇੱਕਦਮ ਇੱਦਾਂ ਦਾ ਹੋ ਜਾਣਾ ਕੁਛ, ਉਹਦੇ ਵਿੱਚ ਜਿਹੜਾ ਆ ਚਿੰਤਾ ਜਿਹੜੀ ਆ ਜਤਾਈ ਜਾ ਸਕਦੀ ਹੈ। ਔਰ ਆਲੂਆਂ ਦੀ ਖੇਤੀ ਪਿਛਲੇ ਦਿਨੀ ਵੀ ਬਰਬਾਦ ਹੋ ਗਈ ਸੀ। ਮੋਰ ਦੈਨ 50% ਆਲੂਆਂ ਦੇ ਜਿਹਨਾਂ ਦੇ ਖੇਤ ਹੈਗੇ ਸੀ ਉਹ 'ਚ ਨੁਕਸਾਨੇ ਗਏ ਸੀਗੇ। ਗੱਲ ਕਰੀਏ ਪੂਰੇ ਇੰਡੀਆ ਦੀ, ਤੇ ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਨੀਪੁਰ ਅਤੇ ਪੰਜਾਬ ਦੇ ਵਿੱਚ ਇਹ ਨੁਕਸਾਨ ਹੋਇਆ ਹੈਗਾ, ਜਿਹਦੇ ਵਿੱਚ ਗੱਲ ਕਰੀਏ ਬਿਜਲੀ ਡਿੱਗਣ ਦੇ ਨਾਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਹੈਗੀ ਆ 16 ਤੱਕ ਪਹੁੰਚ ਗਈ। 2 ਦਿਨ ਦੇ ਵਿੱਚ ਜਿਹੜਾ ਤੂਫਾਨ ਆਇਆ ਹੈਗਾ, ਪਿਛਲੇ 2 ਦਿਨ ਦੀ ਆਪਾਂ ਗੱਲ ਕਰੀਏ ਅੱਜ ਦਾ ਦਿਨ ਮਿਲਾ ਕੇ, ਤੇ ਬਿਜਲੀ ਦੇ ਡਿੱਗਣ ਨਾਲ 16 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਪੰਜਾਬ ਦੇ ਵਿੱਚ ਨਹੀਂ ਸੀਗਾ ਕੋਈ ਵੀ। ਗੁਜਰਾਤ ਦੇ ਵਿੱਚ 9 ਲੋਕਾਂ ਦੀ ਮੌਤ ਹੋਈ, ਅਤੇ ਰਾਜਸਥਾਨ 'ਚ ਵੀ 6 ਲੋਕਾਂ ਦੀ ਮੌਤ ਹੋ ਗਈ। ਇਹਦੇ ਨਾਲ ਹੀ ਗੁਜਰਾਤ, ਮੱਧ ਪ੍ਰਦੇਸ਼, ਬਿਹਾਰ ਦੀ ਆਪਾਂ ਗੱਲ ਕਰੀਏ ਤਾਂ ਫਸਲਾਂ ਦਾ ਨੁਕਸਾਨ ਪੰਜਾਬ ਸਣੇ ਹੀ ਬਹੁਤ ਹੋਇਆ ਹੈਗਾ। ਔਰ ਗੱਲ ਕਰੀਏ ਅਗਰ, ਤੇ ਇਹ ਨੈਸ਼ਨਲ ਲੈਵਲ ਦੇ ਉੱਤੇ ਜਿਹੜੀ ਹੈ ਚੀਜ਼ ਪਹੁੰਚੀ ਹੈ, ਜਿਹਦੇ 'ਚ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸ ਉੱਤੇ ਚਿੰਤਾ ਜਤਾ ਕੇ ਤੇ ਮਰਨ ਵਾਲਿਆਂ ਨੂੰ 2-2 ਲੱਖ ਦਾ ਮੁਆਵਜ਼ਾ, ਅਤੇ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ 50-50 ਹਜ਼ਾਰ ਦਾ ਜਿਹੜਾ ਮੁਆਵਜ਼ੇ ਦਾ ਐਲਾਨ ਕੀਤਾ ਹੈਗਾ। ਸੋ ਤੁਸੀਂ ਸੋਚ ਸਕਦੇ ਹੋ, ਕਿਉਂਕਿ ਪ੍ਰਧਾਨ ਮੰਤਰੀ ਕਿਸੇ ਵੀ ਦੇਸ਼ ਦਾ ਹੋਵੇ ਉਦੋਂ ਤੱਕ ਜਿਹੜਾ ਕਿ ਬਿਆਨ ਜਾਂ ਮੁਆਵਜ਼ੇ ਦਾ ਐਲਾਨ ਨਹੀਂ ਕਰਦੇ ਜਦ ਤੱਕ ਇਹ ਡਰਾਸਟਿਕ ਇੰਸੀਡੈਂਟ ਨਾ ਹੋਵੇ। ਇਹ ਆਪਾਂ ਗੱਲ ਕਰੀਏ ਭਾਰਤ ਦੇ ਹੋਮ ਮਿਨਿਸਟਰ ਜਿਹੜੇ ਹੈਗੇ ਆ ਰਾਜਨਾਥ ਸਿੰਘ, ਉਹਨਾਂ ਨੇ ਵੀ ਟਵੀਟ ਕਰਕੇ ਤੇ ਵੱਖ-ਵੱਖ ਸੋਸ਼ਲ ਮੀਡੀਆ ਜਾਂ ਮੀਡੀਆ ਦੇ ਜ਼ਰੀਏ ਜਿਹੜਾ ਆ ਇਸ 'ਤੇ ਚਿੰਤਾ ਜਤਾਈ ਹੈਗੀ ਹੈ। ਕਿਉਂਕਿ ਚਿੰਤਾ ਜਤਾਉਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਫਸਲਾਂ ਦੇ ਨਾਲ ਵੀ ਇੱਕ ਗੱਲ ਜੁੜੀ ਹੋਈ ਹੈ। ਜਿਹੜੇ ਮਰੇ ਉਹਨਾਂ 'ਚ ਜ਼ਿਆਦਾਤਰ ਕਿਸਾਨ ਜਾਂ ਗਰੀਬ ਤਬਕਾ ਹੈਗਾ ਸੀਗਾ, ਔਰ ਫਸਲਾਂ ਦਾ ਨੁਕਸਾਨ ਹੋਣਾ ਬਿਲਕੁਲ ਇਹ ਇੱਕ ਖਤਰੇ ਦੀ ਘੰਟੀ ਵਜਾ ਦਿੰਦਾ ਹੈਗਾ, ਕਿਉਂਕਿ ਫਸਲਾਂ ਦਾ ਜ਼ਿਆਦਾਤਰ ਜੇ ਨੁਕਸਾਨ ਹੋ ਜਾਵੇ ਇਸ ਪੂਰੀ ਕੰਟਰੀ ਦਾ ਢਿੱਡ ਭਰਨ ਲਈ ਜਿਹੜਾ ਆ ਫਿਰ ਜਿਹੜੇ ਐਮਰਜੈਂਸੀ ਸਟਾਕਸ ਹੈਗੇ ਉਹਨਾਂ ਵੱਲ ਮੁੱਖ ਕਰਨਾ ਪੈਂਦਾ ਹੈਗਾ ਜਾਂ ਇੰਪੋਰਟ ਕਰਨਾ ਪੈਂਦਾ, ਜਿਹਦੇ 'ਚ ਖਰਚਾ ਜ਼ਿਆਦਾ ਹੁੰਦਾ ਹੈਗਾ। ਯਾਰ ਅਗਲੀ ਵੀਡੀਓ ਆਪਾਂ ਦਿਖਾਉਣ ਜਾ ਰਹੇ ਹਾਂ ਤੁਹਾਨੂੰ, ਸਾਡੇ ਪੱਤਰ ਪ੍ਰੇਰਕ ਹੈਗੇ ਨੇ ਜੋ ਕਿ ਇੱਕ ਬਹੁਤ ਹੀ ਸੀਨੀਅਰ ਕੋਰਸਪੋਂਡੈਂਟ ਹੈਗੇ ਆ ਭਾਰਤ ਦੇ ਇੱਕ ਬਹੁਤ ਵੱਡੇ ਅਖਬਾਰ ਦੇ, ਅਜੀਤ ਸਿੰਘ ਬੁਲੰਦ। ਉਹਨਾਂ ਦਾ ਕੀ ਕਹਿਣਾ ਉਹ ਸੁਣਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਤੇਜ ਸਿੰਘ ਜੀ, ਸਿੱਖ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਮੇਰੀ ਸਤਿ ਸ੍ਰੀ ਅਕਾਲ। ਗੱਲ ਕਰੀਏ ਪੰਜਾਬ ਦੇ ਹਾਲਾਤਾਂ ਦੇ। ਪੰਜਾਬ ਦੇ ਵਿੱਚ 2 ਦਿਨਾਂ ਤੋਂ ਜਿਹੜਾ ਮੌਸਮ ਹੈ ਬਹੁਤ ਖ਼ਰਾਬ ਹੋਇਆ ਪਿਆ ਹੈ ਜੀ। ਮੌਸਮ ਇਸ ਤਰ੍ਹਾਂ ਖ਼ਰਾਬ ਹੈ ਕਿ ਤੂਫਾਨ, ਹਨੇਰੀ, ਮੀਂਹ, ਗੜੇ ਇਹ ਸਭ ਕੁਝ ਵਰਸ ਰਿਹਾ ਹੈ। ਇਹਦੇ ਨਾਲ ਹੀ ਮੈਂ ਕਹਿਣਾ ਚਾਹਾਂਗਾ ਕਿ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਮੈਂ ਇਸ ਵਕਤ ਖੇਤਾਂ ਦੇ ਵਿੱਚ ਹੀ ਖੜਾ ਹਾਂ ਜੀ, GT ਰੋਡ ਦੇ ਉੱਤੇ। ਤੁਹਾਨੂੰ ਫਸਲਾਂ ਦੀ ਹਾਲਤ ਦਿਖਾਈਏ ਤੇ ਤੁਹਾਨੂੰ ਕਿਸਾਨਾਂ 'ਤੇ ਬਹੁਤ ਤਰਸ ਆਏਗਾ ਕਿ ਪਹਿਲੇ ਮੀਂਹਾਂ ਨੇ ਉਹਨਾਂ ਦੀ ਆਲੂ ਦੀ ਫਸਲ ਬਰਬਾਦ ਕਰ ਛੱਡੀ ਤੇ ਹੁਣ ਜਿਹੜਾ ਮੌਸਮ ਬਦਲਿਆ ਹੈ ਉਹਨੇ ਕਣਕ ਦੀ ਫਸਲ ਦਾ ਬਹੁਤ ਨੁਕਸਾਨ ਕੀਤਾ ਹੈ। ਤੇ ਮੈਂ ਤੁਹਾਨੂੰ ਦਿਖਾਉਣਾ ਜੀ ਲਾਈਵ ਸਾਰੀਆਂ ਤਸਵੀਰਾਂ, ਤੁਸੀਂ ਦੇਖਣਾ ਜੀ ਕੀ ਹਾਲਾਤ ਬਣੇ ਹੋਏ ਨੇ। ਇਹ ਦੇਖੋ, ਇਹ ਤੁਸੀਂ ਦੇਖ ਸਕਦੇ ਹੋ ਜੀ ਕਿ ਕਿਸ ਤਰ੍ਹਾਂ ਪੂਰੀ ਕਣਕ ਜਿਹੜੀ ਹੈਗੀ ਏ ਮਿੱਧੀ ਗਈ ਏ। ਤੇਜ਼ ਤੂਫਾਨ ਨੇ ਕਿਸ ਤਰ੍ਹਾਂ ਫਸਲਾਂ ਬਰਬਾਦ ਕੀਤੀਆਂ ਨੇ, ਇਹ ਤੁਹਾਡੇ ਅੱਗੇ ਸਬੂਤ ਹੈ। ਜੱਟਾਂ ਦੀ ਖੜੀ ਖੜਾਈ ਫਸਲ, ਕਿਸਾਨਾਂ ਦੀ ਖੜੀ ਖੜਾਈ ਫਸਲ ਜਿਹੜੀ ਹੈਗੀ ਏ ਉਹ ਬਿਲਕੁਲ ਇਸ ਵਕਤ ਢਹਿ ਢੇਰੀ ਹੋ ਚੁੱਕੀ ਨੇ। ਪੂਰੇ ਤੁਸੀਂ ਦੇਖੋ ਕਿੱਦਾਂ ਖੇਤਾਂ ਦੇ ਖੇਤ ਖਰਾਬ ਹੋਏ ਪਏ ਨੇ ਜੀ। ਕਿਸਾਨਾਂ ਦੀ ਬੜੀ ਬੁਰੀ ਹਾਲਤ ਹੈ। ਮੈਂ ਤੁਹਾਡੇ ਚੈਨਲ ਦੇ ਰਾਹੀਂ ਤੇ ਮੀਡੀਆ ਦੇ ਰਾਹੀਂ ਪੂਰੇ ਪੰਜਾਬ ਸਰਕਾਰ ਨੂੰ, ਭਾਰਤ ਦੀ ਸਰਕਾਰ ਨੂੰ ਅਪੀਲ ਕਰਨੀ ਚਾਹੁੰਦਾ ਹੈ ਕਿ ਇਹ ਜਿਹੜੀਆਂ ਖਰਾਬ ਫਸਲਾਂ ਹੈ, ਬਰਬਾਦ ਫਸਲਾਂ ਨੇ, ਇਹਨਾਂ ਦੇ ਜਿਹੜੇ ਰਾਖੇ ਨੇ ਵਿਚਾਰੇ ਕਿਸਾਨ ਜਿਹੜੇ ਪੂਰੇ ਮੁਲਕ ਦਾ ਬਲਕਿ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਦਾ ਢਿੱਡ ਭਰਦੇ ਨੇ, ਉਹਨਾਂ ਨੂੰ ਪੂਰਾ ਮੁਆਵਜ਼ਾ ਮਿਲੇ। ਜੇਕਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲ ਪਾਇਆ ਤਾਂ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਏਗਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਹਿਲੇ ਵੀ ਆਲੂ ਦੀ ਫਸਲ ਬੀਜੀ ਸੀ, ਉਤੋਂ ਮੀਂਹ ਪੈ ਗਿਆ, ਆਲੂ ਸਾਰਾ ਹੀ ਤਕਰੀਬਨ ਲਾ ਲਓ 50% ਦੀ ਫਸਲ ਆਲੂ ਦੀ ਕਿਸਾਨਾਂ ਦੀ ਬਰਬਾਦ ਹੋਈ ਹੈ। ਮੈਂ ਮੰਨਦਾ ਹਾਂ ਕਿ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਮੁਲਕ ਦੇ ਵਿੱਚ ਕੋਡ ਆਫ ਕੰਡਕਟ ਲੱਗਾ ਹੈ, ਸਰਕਾਰ ਕੁਝ ਅਨਾਉਂਸ ਨਹੀਂ ਕਰ ਪਾ ਰਹੀ। ਲੇਕਿਨ ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਦੇ ਲਈ ਸਰਕਾਰ ਨੂੰ ਕੋਈ ਵਧੀਆ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਕੁਦਰਤੀ ਆਪਦਾ ਕਰਕੇ ਉਹਨਾਂ ਦੀ ਜਿਹੜੀ ਫਸਲ ਖਰਾਬ ਹੋਵੇ ਤੇ ਉਹਦਾ ਪੂਰਾ ਮੁਆਵਜ਼ਾ ਉਹਨਾਂ ਨੂੰ ਮਿਲ ਸਕੇ। ਕੋਈ ਇੰਸ਼ੋਰੈਂਸ ਸਕੀਮ ਲਿਆਉਣੀ ਚਾਹੀਦੀ ਹੈ। ਹਾਲਾਤ ਇਹ ਬਣ ਗਏ ਨੇ ਕਿ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਕਿੰਨੀ ਤੇਜ਼ ਹਨੇਰੀ ਚੱਲ ਰਹੀ ਨੇ। ਹਜੇ ਵੀ ਮੈਨੂੰ ਲੱਗਦਾ ਉਹਦੇ ਕੋਲ ਕਿੱਦਾਂ ਪੂਰੀ ਹਨੇਰੀ ਭੱਖੀ ਪਈ ਹੈ, ਮਿੱਟੀ ਘੱਟਾ ਉੱਡ ਰਿਹਾ ਹੈ। ਤੂਫਾਨ ਦੇ ਤੇ ਬਾਰਿਸ਼ ਦੇ ਤੁਹਾਨੂੰ ਉੱਪਰ ਬੱਦਲ ਦਿਖਾਈਏ, ਕਾਲੀ ਘਟਾ ਹਜੇ ਵੀ ਛਾਈ ਪਈ ਹੈ, ਤੁਸੀਂ ਦੇਖ ਸਕਦੇ ਹੋ। ਮੈਂ ਇਹੀ ਮੰਗ ਕਰਦਾ ਹਾਂ ਜੀ ਗੁਰਤੇਜ ਜੀ ਤੁਹਾਡੇ ਰਾਹੀਂ ਕਿ ਸਰਕਾਰਾਂ ਜਿਹੜੀਆਂ ਨੇ ਉਹ ਕਿਸਾਨਾਂ ਦਾ ਖਿਆਲ ਰੱਖਣ। ਮਜਬੂਰੀ ਵਸ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਵੇਚ ਕੇ ਕੋਲੋਨਾਈਜ਼ਰਾਂ ਨੂੰ ਵੇਚਣੀਆਂ ਪੈਂਦੀਆਂ ਨੇ। ਉਹਨਾਂ ਨੂੰ ਆਪਣੀਆਂ ਜਿਹੜੀਆਂ ਖੇਤੀਯੋਗ ਜ਼ਮੀਨਾਂ 'ਤੇ ਕਲੋਨੀਆਂ ਕਟਵਾਉਣੀਆਂ ਪੈ ਰਹੀਆਂ ਹੈ। ਜੇਕਰ ਸਰਕਾਰ ਕਿਸਾਨਾਂ ਦੇ ਵਾਸਤੇ ਕੋਈ ਚੰਗੀ ਪਾਲਿਸੀ ਲੈ ਕੇ ਆਵੇ, ਉਹਨਾਂ ਨੂੰ ਪਤਾ ਹੋਵੇ ਜੇ ਅਸੀਂ ਜਿਹੜੀ ਮਿਹਨਤ ਕੀਤੀ ਹੈ, ਫਸਲਾਂ ਬੀਜੀਆਂ ਨੇ, ਜੇਕਰ ਉਹ ਫਸਲਾਂ ਬਰਬਾਦ ਹੁੰਦੀਆਂ ਤਾਂ ਸਾਨੂੰ ਮੁਆਵਜ਼ਾ ਵੀ ਪੂਰਾ ਮਿਲੇਗਾ। ਮੈਨੂੰ ਲੱਗਦਾ ਕਿਸਾਨ ਦੁਬਾਰਾ ਖੇਤੀਬਾੜੀ ਦੇ ਕਾਰੋਬਾਰ ਵੱਲ ਪ੍ਰਭਾਵਿਤ ਹੋਣਗੇ, ਦੁਬਾਰਾ ਆਪਣਾ ਕਾਰੋਬਾਰ ਸਾਂਭ ਸਕਣਗੇ। ਉਹਨਾਂ ਨੂੰ ਲੋੜ ਨਹੀਂ ਪਏਗੀ ਜ਼ਮੀਨਾਂ ਵੇਚ ਕੇ ਤੇ ਆਪਣੇ ਬੱਚੇ ਬਾਹਰ ਭੇਜਣ ਦੇ ਲਈ। ਤੇ ਜ਼ਮੀਨਾਂ ਜਿਹੜੀਆਂ ਖੇਤੀਯੋਗ ਖਤਮ ਹੋ ਰਹੀਆਂ ਨੇ ਉਹ ਸਾਡੀਆਂ ਬਚ ਸਕਦੀਆਂ। ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਪੰਜਾਬ ਦੇ ਹਾਲਾਤਾਂ ਦੇ ਜਿਹੜੇ ਮੈਂ ਸੀਨ ਦਿਖਾਏ ਨੇ, ਜੋ ਹੈ ਬਰਬਾਦ ਹੋਈ ਖੇਤੀ ਦੀ ਤਸਵੀਰ ਦਿਖਾਈ ਹੈ, ਤੁਸੀਂ ਇਹ ਆਵਾਜ਼ ਜਿਹੜੀ ਹੈਗੀ ਹੈ ਸਰਕਾਰੀ ਅਦਾਰੇ ਤੱਕ ਪਹੁੰਚਾਓਗੇ ਤਾਂ ਕਿ ਜਿਹੜਾ ਕਿਸਾਨ ਹੈ ਉਹ ਵਾਪਸ ਆਪਣੇ ਪੈਰਾਂ 'ਤੇ ਸਟੈਂਡ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀਗੇ ਅਜੀਤ ਸਿੰਘ ਬੁਲੰਦ। ਕੁਛ ਹੀ ਦੇਰ ਪਹਿਲਾਂ ਦੀ ਇਹ ਵੀਡੀਓ ਹੈਗੀ ਆ, ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਿੱਦਾਂ ਕਾਲੇ ਬੱਦਲ ਛਾਏ ਹੋਏ ਹੈਗੇ ਆ। ਹਨੇਰੀ ਲਗਾਤਾਰ ਚੱਲ ਰਹੀ ਹੈਗੀ, ਫਸਲਾਂ ਜਿਹੜੀਆਂ ਲਗਾਤਾਰ ਨੁਕਸਾਨੀਆਂ ਜਾ ਰਹੀਆਂ, ਕਿਸਾਨਾਂ ਦਾ ਜਿਹੜਾ ਆ ਨੁਕਸਾਨ ਹੋ ਰਿਹਾ। ਤੇ ਉਸ ਤੋਂ ਬਾਅਦ ਆੜ੍ਹਤੀਆਂ ਨੂੰ ਜਦੋਂ ਉਹਨਾਂ ਨੇ ਫੇਸ ਕਰਨਾ ਤੇ ਉਹਨਾਂ ਨੇ ਇਹ ਫਸਲ ਜਿਹੜੀ ਆ ਉਹ ਨਹੀਂ ਖਰੀਦਣੀ ਹੈਗੀ ਕਿਉਂਕਿ ਨੁਕਸਾਨੀ ਹੋਏਗੀ, ਕਾਲੀ ਹੋ ਜਾਏਗੀ ਔਰ ਉਹ ਉਸ ਲੈਵਲ ਦੀ ਜਿਹੜੀ ਇਹ ਫਸਲ ਨਹੀਂ ਹੋਏਗੀ ਜਿਸ ਨੂੰ ਸਰਕਾਰ ਜਾਂ ਜਿਹੜੇ ਆੜ੍ਹਤੀ ਹੈਗੇ ਉਹ ਖਰੀਦਦੇ ਹੈਗੇ ਆ। ਤੁਸੀਂ ਦੇਖ ਸਕਦੇ ਹੋ ਸਾਰਾ ਇਫੈਕਟ ਕਿਸਾਨਾਂ 'ਤੇ ਕਿੱਦਾਂ ਪੈਂਦਾ ਹੈਗਾ। ਔਰ ਮੌਸਮ ਦਾ ਬਦਲਾਵ ਜਿਹੜਾ ਹੋ ਰਿਹਾ ਹੈਗਾ ਲਗਾਤਾਰ, ਜਿਹੜਾ ਬਿਨਾਂ ਕਿਸੇ ਕਹਿ ਲਓ ਵਾਰਨਿੰਗ ਤੋਂ ਜਦੋਂ ਇੱਦਾਂ ਦਾ ਮੌਸਮ ਆ ਜਾਂਦਾ ਹੈਗਾ। ਇਹ ਵੀ ਰੀਜ਼ਨ ਹੈਗਾ ਜਿਹੜਾ ਪੋਲਿਊਸ਼ਨ ਆਪਾਂ ਕਰ ਰਹੇ ਹੈਗੇ ਆ, ਜਿਹੜੀਆਂ ਆਪਾਂ ਅੱਗਾਂ ਲਾਉਂਦੇ ਹੈਗੇ ਆ, ਜਿਹੜੇ ਆਪਾਂ ਪਾਣੀ ਦਾ ਵੇਸਟੇਜ ਕਰਦੇ ਹਾਂ, ਜਿਹੜੇ ਆਪਾਂ ਨਦੀਆਂ ਨੂੰ ਆਪਾਂ ਖ਼ਰਾਬ ਕਰ ਰਹੇ ਹੈਗੇ ਆ, ਇਹ ਸਾਰਾ ਘੁੰਮ ਘੁਮਾ ਕੇ ਵਾਪਸ ਸਾਨੂੰ ਹੀ ਪੈਂਦਾ ਹੈਗਾ। ਇਹਦੇ 'ਚ ਇਹ ਵੀ ਕਹਿ ਸਕਦੇ ਜਿਹੜੀ ਨਾੜਾਂ ਨੂੰ ਅੱਗ ਲਾਉਂਦੇ ਹੈਗੇ ਆ, ਇਹ 'ਚ ਉਹ ਵੀ ਹੈਗਾ ਆ। ਇਹਦੇ 'ਚ ਜਿਹੜਾ ਕਾਰਾਂ ਦਾ ਪੋਲਿਊਸ਼ਨ ਹੈਗਾ ਉਹ ਵੀ ਇਹਦੇ 'ਚ ਐਡ ਹੈਗਾ। ਪਾਣੀ ਨੂੰ ਜਿਹੜਾ ਆਪਾਂ ਖ਼ਰਾਬ ਕਰਦੇ ਹਾਂ ਇਹਦੇ 'ਚ ਉਹ ਵੀ ਐਡ ਹੈਗਾ।
ਸੋ ਇਹ ਸਾਰਾ ਕੁਝ ਘੁੰਮ ਘੁਮਾ ਕੇ ਜਿਹੜਾ ਹੈ ਵਾਪਸ ਸਾਨੂੰ ਹੀ ਜਿਹੜਾ ਸਾਡੇ ਹੀ ਗੱਲ ਪੈਂਦਾ ਕਿ ਆਪਾਂ ਇਹਨੂੰ ਕਹਿ ਸਕਦੇ ਹੈਗੇ ਆ। ਅਗਲੀ ਰਿਪੋਰਟ ਜਿਹੜੀ ਹੈਗੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ, ਇਹ ਹੈਗੇ ਨੇ ਸੰਜੀਵ ਕੁਮਾਰ ਜੀ। ਇਹ ਵੀ ਸਾਡੇ ਪੱਤਰ ਪ੍ਰੇਰਕ ਹੈਗੇ ਆ, ਬਾਰਡਰ ਏਰੀਏ ਤੇ ਕਿਸਾਨਾਂ ਨੂੰ ਕਵਰ ਕਰਦੇ, ਬਾਰਡਰ ਏਰੀਏ ਤੇ ਹੋ ਰਹੀ ਹਲਚਲ ਨੂੰ ਕਵਰ ਕਰਦੇ ਹੈਗੇ ਆ। ਸੰਜੀਵ ਕੁਮਾਰ ਜੀ ਮਮਦੋਟ ਇਲਾਕਾ ਹੈਗਾ ਜੀ, ਟਾਊਨ ਹੈਗਾ ਛੋਟਾ ਜਿਹਾ, ਫਿਰੋਜ਼ਪੁਰ ਦੇ ਲਾਗੇ ਪੈਂਦਾ ਹੈ। ਇਹ ਇੱਕ ਲਾਸਟ ਟਾਊਨ ਹੈਗਾ ਇੱਧਰਲੇ ਪਾਸੇ, ਇਹ ਤੋਂ ਬਾਅਦ ਬਾਰਡਰ ਸ਼ੁਰੂ ਹੋ ਜਾਂਦਾ ਹੈ ਪਾਕਿਸਤਾਨ ਦਾ। ਸੋ ਇੱਥੇ ਵੀ ਜਿਹੜਾ ਤੂਫਾਨ ਨੇ ਵਾਹਵਾ ਹਾਹਾਕਾਰ ਮਚਾਈ ਆ। ਇੱਥੇ ਉਹਨਾਂ ਦਾ ਕੀ ਕਹਿਣਾ ਹੈਗਾ ਉਹ ਸੁਣਦੇ ਹਾਂ। ਵਿਸਾਖੀ ਦੇ ਮੌਕੇ ਤੇ ਕਿਸਾਨਾਂ ਵੱਲੋਂ ਨੱਚਦੇ ਟੱਪਦੇ ਹੋਏ ਕਣਕ ਦੀ ਵਾਢੀ ਨੂੰ ਪਹਿਲਾ ਹੱਥ ਲਾਇਆ ਗਿਆ ਸੀ, ਪਰ ਪਿਛਲੇ 3 ਦਿਨ ਤੋਂ ਮੌਸਮ ਵਿੱਚ ਆਈ ਇੱਕਦਮ ਤਬਦੀਲੀ ਨੇ ਕਿਸਾਨਾਂ ਦੀ ਕਿਸਮਤ ਨੂੰ ਡੋਬ ਕੇ ਰੱਖ ਦਿੱਤਾ ਹੈ। 3 ਦਿਨ ਤੋਂ ਲਗਾਤਾਰ ਭਾਰੀ ਤੂਫਾਨ ਅਤੇ ਬਾਰਿਸ਼ ਹੋ ਰਹੀ ਹੈ। ਮਾਹਿਰਾਂ ਦੇ ਅਨੁਸਾਰ ਅਜੇ 4 ਦਿਨ ਇਸੇ ਤਰ੍ਹਾਂ ਮੌਸਮ ਹੋਰ ਖਰਾਬ ਰਹੇਗਾ। ਕਿਸਾਨ ਵਰਗ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਨੇ ਆਪਣੀ ਕਿਸਮਤ ਨੂੰ ਰੱਬ ਦੇ ਆਸਰੇ ਛੱਡ ਦਿੱਤਾ ਹੈ। ਹੁਣ ਤੁਹਾਨੂੰ ਅਸੀਂ ਉਹਨਾਂ ਪ੍ਰਭਾਵਿਤ ਕਿਸਾਨਾਂ ਦੇ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਮਨ ਦੀ ਵਿਥਿਆ ਨੂੰ ਦੱਸਿਆ ਹੈ ਕਿ 3 ਦਿਨ ਪਹਿਲਾਂ ਕਿਸਮਤ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਹੈ ਦੁਰਦਸ਼ਾ ਹੋ ਚੁੱਕੀ ਹੈ। ਅਗਲੇ 4 ਦਿਨਾਂ ਦੇ ਵਿੱਚ ਕਿਸਾਨਾਂ ਦੀ ਕੀ ਹੋਰ ਹਾਲਤ ਪਤਲੀ ਹੋਵੇਗੀ, ਆਓ ਇਸ ਬਾਰੇ ਆਪਾਂ ਜਾਣਕਾਰੀ ਹਾਸਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। 3 ਦਿਨ ਤੋਂ ਲਗਾਤਾਰ ਮੌਸਮ ਖਰਾਬ ਹੈ, ਕੀ ਹਾਲਾਤ ਨੇ ਇਸ ਵੇਲੇ ਕਿਸਾਨਾਂ ਦੇ? ਇਹ ਹਾਲਾਤ ਹੁਣ ਮਤਲਬ ਕਿ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਜੇ ਸਾਰਾ ਕੁਝ ਕੀ ਵਾਪਰਿਆ ਪਿਆ। ਮਤਲਬ ਕਿ ਮੇਰੀ ਫਸਲ ਹੀ ਬਿਲਕੁਲ ਖੜੀ ਸੀਗੀ, ਜੋ ਖੜੀ ਫਸਲ 3 ਦਿਨ ਤੋਂ ਮੌਸਮ ਖਰਾਬ ਹੋਣ ਕਰਕੇ, ਤਿੱਖੀਆਂ ਹਵਾ ਤੇਜ਼ ਚੱਲਣ ਕਰਕੇ, ਹਨੇਰੀ ਕਰਕੇ ਫਸਲ ਜਿਹੜੀ 1 ਮਿੰਟ ਬਿਲਕੁਲ ਸਾਰੀ ਡੈਮੇਜ ਹੋ ਗਈ, ਤਬਾਹ ਹੋ ਗਈ, ਬੈਠ ਗਈ, ਡਿੱਗ ਪਈ ਹੈ। ਔਰ ਇਹਦੇ ਕਰਕੇ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ, ਅੱਧੋਂ ਜ਼ਿਆਦਾ ਹੀ ਨੁਕਸਾਨ ਹੋਇਆ ਹੈ, ਕਿਉਂਕਿ ਕੁਝ ਤਾਂ ਕਿਸਾਨ ਵਰਗ ਜਿਹੜਾ ਪਹਿਲੋਂ ਹੀ ਕਰਜ਼ੇ ਦੇ ਦਬਾਅ ਥੱਲੇ ਦੱਬਿਆ ਹੋਇਆ ਹੈ ਔਰ ਉਹਦੀ ਕੋਈ ਸਰਕਾਰਾਂ ਸਾਰ ਨਹੀਂ ਲੈ ਰਹੀਆਂ। ਨੰਬਰ 2 ਤੇ ਜਿਹੜਾ ਕੁਦਰਤੀ ਕਹਿਰ ਇਹ ਵੀ ਕਿਸਾਨ ਨੂੰ ਝੱਲਣਾ ਪੈ ਰਿਹਾ ਹੈ, ਕਿਉਂਕਿ ਹੁਣ ਜਿਹੜਾ ਇਹ 3 ਦਿਨ ਤੋਂ ਮੌਸਮ ਖਰਾਬ ਪਿੱਛੇ ਰਹਿ ਗਿਆ, ਅੱਗੇ ਤੋਂ ਆਉਣ ਵਾਲੇ ਸਮੇਂ ਦੇ ਵਿੱਚ 4 ਦਿਨ ਮਹਿਰਾਂ ਨੇ ਹੋਰ ਕੀ ਕਹਿ ਦਿੱਤਾ ਹੈ ਕਿ ਜਿਹੜਾ ਵੀ 4 ਦਿਨ ਮੌਸਮ ਅਜੇ ਹੋਰ ਖਰਾਬ ਰਹੇਗਾ। ਔਰ ਉਹਦੇ ਕਾਰਨ ਜਿਹੜਾ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਉਹਦੇ ਵਿੱਚ ਕਿਉਂਕਿ ਜਿਹੜੀਆਂ ਫਸਲਾਂ ਨੇ ਇਹ ਡਿੱਗ ਪਈਆਂ ਨੇ, ਇਹਦੇ ਵਿੱਚ ਕਿਸਾਨ ਨੂੰ ਲੇਬਰ ਵੀ ਮਹਿੰਗੀ ਹੋ ਜਾਏਗੀ ਔਰ ਜਿਹੜਾ ਕੰਬਾਈਨਾਂ ਦਾ ਰੇਟ ਵੀ ਵੱਧ ਜਾਏਗਾ। ਔਰ ਦੂਸਰੀ ਗੱਲ ਜਿਹੜਾ ਦਾਣੇ ਨੇ ਉਹ ਬਿਲਕੁਲ ਬਰੀਕ ਹੋਣੇ ਸ਼ੁਰੂ ਹੋ ਗਏ ਨੇ, ਕਿ ਉਹ ਜਿਹੜੇ ਬਿਲਕੁਲ ਸਹੀ ਸੀਗੇ, ਇਸ ਬਾਰਿਸ਼ ਕਰਕੇ ਉਹ ਦਾਣੇ ਵੀ ਬਰੀਕ ਹੁੰਦੇ, ਉਹਦੇ ਨਾਲ ਝਾੜ 'ਤੇ ਵੀ ਔਸਤਨ ਫਰਕ ਪਏਗਾ ਔਰ ਕਿਸਾਨ ਵਰਗ ਜਿਹੜਾ ਪਹਿਲੋਂ ਹੀ ਦਬਿਆ ਹੋਇਆ ਹੈ ਉਹਦਾ ਹੋਰ ਮਤਲਬ ਖਿਆਲ ਤੇ ਜੋ ਜ਼ਿਆਦਾ ਪਤਲੀ ਹੋ ਜਾਏਗੀ। ਇੰਨੀ ਜ਼ਿਆਦਾ ਫਸਲ ਨੂੰ ਇੱਕਦਮ ਸਾਂਭਿਆ ਨਹੀਂ ਜਾ ਸਕਦਾ। ਹੁਣ ਤੁਹਾਡੀ ਜਿਹੜੀ ਕਿਸਮਤ ਹੈ ਕਿਸ ਦੇ ਆਸਰੇ ਹੈ? ਤੁਹਾਡੀ ਜਿਹੜੇ ਰੱਬ ਆਸਰੇ ਜਾਂ ਕਿ ਪ੍ਰਮਾਤਮਾ ਦੇ ਆਸਰੇ ਤੁਸੀਂ ਜਿਹੜੀ ਇਹ ਤਾਂ ਆਪਣੀ ਜੀ ਹੁਣ ਜੇ ਸਿਆਣੇ ਕਹਿੰਦੇ ਨੇ ਵੀ ਜਿਹੜੀ ਖੇਤੀ ਕਰਮਾਂ ਸੇਤੀ, ਮੈਂ ਤਾਂ ਹੁਣ ਕਰਮਾਂ ਦੀ ਗੱਲ ਇਹ ਤਾਂ ਪਰਮਾਤਮਾ ਦੇ ਉੱਤੇ ਹੀ ਡੋਰੀ ਇਸ ਚੀਜ਼ ਦੀ, ਉਹਨੇ ਜੋ ਦੇਣਾ ਜਾਂ ਕਿਸ ਤਰ੍ਹਾਂ ਕਰਨਾ ਹੈ। ਬਾਕੀ ਇਹਦੇ ਵਿੱਚ ਤਾਂ ਕੋਈ ਕਿਸਾਨ ਕੁਝ ਕਰ ਨਹੀਂ ਸਕਦਾ ਹੁਣ, ਕਿਉਂਕਿ ਇਹ ਜਿਹੜੀ ਫਸਲ ਹੈ ਜੇ ਇਹਨੂੰ ਕਹੀਏ ਅਸੀਂ 1-2 ਦਿਨਾਂ ਵਿੱਚ ਸਮੇਟ ਲਾਵਾਂਗੇ ਉਹ ਵੀ ਸਮੇਟੀ ਨਹੀਂ ਜਾ ਸਕਦੀ। ਔਰ ਅੱਗੇ ਜਿਹੜਾ ਤੁਸੀਂ ਹੁਣ ਤੁਹਾਨੂੰ ਹਾਲਾਤ ਆਉਣ ਵਾਲੇ ਸਮੇਂ 'ਚ ਦਿਸਦੇ ਪਏ ਨੇ ਕਿ ਮੰਡੀਆਂ 'ਚ ਕੀ ਹਾਲਾਤ ਹੁੰਦੇ ਨੇ, ਕਿਸਾਨ ਨਾਲ ਕੀ ਵਿਪਰਦੀ, ਉਹ ਸਾਰੀਆਂ ਗੱਲਾਂ ਤੁਸੀਂ ਜਾਣੋਗੇ ਤੇ ਇਹਦੇ ਬਾਰੇ ਅਸੀਂ ਤੁਹਾਨੂੰ ਕੀ ਕਹਿ ਸਕਦੇ ਹਾਂ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਇਹ ਹੁਣ ਕਿਸਾਨ ਤਾਂ ਇਸ ਵੇਲੇ ਇੱਕ ਰੱਬ ਦੇ ਭਰੋਸੇ ਕਹਿੰਦਾ ਤੇ ਰੱਬ ਦੇ ਭਰੋਸੇ ਤੁਰਿਆ ਫਿਰਦਾ। ਪ੍ਰਭਾਵਿਤ ਕਿਸਾਨਾਂ ਦਾ ਕਹਿਣਾ ਹੈ ਕਿ ਜਿਹੜੇ ਇਸ ਵੇਲੇ ਜਿਹੜੀ ਹਾਲਤ ਪਤਲੀ ਹੋ ਚੁੱਕੀ ਆ ਉਸ ਦੇ ਵਿੱਚ ਇੱਕ ਸਿਰਫ ਔਰ ਸਿਰਫ ਜਿਹੜੀ ਹੈ ਸਰਕਾਰਾਂ ਹੀ ਇਹਨਾਂ ਦੀਆਂ ਬਾਂਹ ਫੜ ਸਕਦੀਆਂ ਹਨ ਕਿ ਉਹਨਾਂ ਨੂੰ ਆਰਥਿਕ ਮੰਦਹਾਲੀ ਦੇ ਦੌਰ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਿੰਨੀਆਂ ਅਜੇ ਤੱਕ ਸਰਕਾਰਾਂ ਆਈਆਂ ਨੇ, ਜਿੰਨੀਆਂ ਵੀ ਸਰਕਾਰਾਂ ਗਈਆਂ ਨੇ, ਉਹਨਾਂ ਨੇ ਅਜੇ ਤੱਕ ਪ੍ਰਭਾਵਿਤ ਕਿਸਾਨਾਂ ਦੀ, ਡੁੱਬਦੇ ਹੋਏ ਕਿਸਾਨਾਂ ਦੀ ਬਾਂਹ ਨਹੀਂ ਫੜੀ। ਸਿਰਫ ਔਰ ਸਿਰਫ ਆਪਣੇ ਜਿਹੜੇ ਬਿਆਨ ਨੇ ਅਖਬਾਰਾਂ ਦੀਆਂ ਸੁਰਖੀਆਂ, ਟੈਲੀਵਿਜ਼ਨ ਦੀਆਂ ਜਿਹੜੇ ਇਸ਼ਤਿਹਾਰਬਾਜ਼ੀਆਂ ਤੱਕ ਹੀ ਸੀਮਤ ਰੱਖੇ ਹੋਏ ਹਨ। ਅਸਲ ਦੇ ਵਿੱਚ ਵੇਖੀਏ ਤਾਂ ਜ਼ਮੀਨੀ ਜਾਂ ਹਕੀਕੀ ਤੌਰ ਦੇ ਵਿੱਚ ਕੁਝ ਵੀ ਸਰਕਾਰਾਂ ਇਹਨਾਂ ਦੀਆਂ ਬਾਹਾਂ ਫੜਨ ਤੋਂ ਜਿਹੜੀਆਂ ਹੈਗੀ ਆਪਣੀ ਹੌਸਲਾ ਅਫਜ਼ਾਈ ਇਹਨਾਂ ਦੇ ਅੱਗੇ ਨਹੀਂ ਰੱਖਦੀਆਂ ਹਨ। ਮਮਦੋੜ ਤੋਂ ਸਿੱਖ ਚੈਨਲ ਦੇ ਲਈ ਸੰਜੀਵ ਮਦਾਨ। ਇਹ ਸਨ ਸੰਜੀਵ ਕੁਮਾਰ ਜੀ ਮਮਦੋੜ ਤੋਂ। ਬਹੁਤ ਬਹੁਤ ਧੰਨਵਾਦ ਸੰਜੀਵ ਜੀ ਤੁਹਾਡਾ ਇਹ ਸਾਰੀ ਰਿਪੋਰਟ ਵਾਸਤੇ, ਅਸੀਂ ਤੁਹਾਡੇ ਧੰਨਵਾਦੀ ਹਾਂ। ਔਰ ਇਹ ਸਾਰਾ ਜਿਹੜਾ ਮੁੱਦਾ ਹੈਗਾ, ਜਿਹੜਾ ਸਾਰਾ ਸਿਨੈਰੀਓ ਹੈਗਾ ਆ, ਇਹ ਹੁਣ ਜੋ ਬਣਿਆ ਹੋਇਆ, ਇਹਦੇ ਲਈ ਚਿੰਤਾ ਆਪਾਂ ਖੈਰ ਚਿੰਤਾ ਸਾਨੂੰ ਉਦੋਂ ਹੁੰਦੀ ਹੈ ਜਦੋਂ ਸਾਨੂੰ ਜਿਹੜਾ ਆ ਡਾਇਰੈਕਟਲੀ ਇਹਦੇ ਨਾਲ ਕੋਈ ਇਨਫਲੂਐਂਸ ਹੁੰਦਾ ਹੈਗਾ। ਪਰ ਇਹਦੇ 'ਚ ਦੇਖਿਆ ਜਾਵੇ ਤਾਂ ਆਮ ਬੰਦੇ ਨੂੰ ਕੋਈ ਇੱਦਾਂ ਦੀ ਟਰਬਲ ਨਹੀਂ ਹੁੰਦੀ। ਹੁਣ ਜਿੰਨੇ ਵੀ NRIs ਹੈਗੇ, ਜਿੰਨੇ ਵੀ ਆਪਾਂ UK 'ਚ ਰਹਿਣ ਵਾਲੇ ਹਾਂ, ਮੇਰੇ ਮੁਤਾਬਕ 90% ਜਿਹੜੇ ਲੋਕ ਇੱਥੇ ਰਹਿ ਰਹੇ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਕਿਸਾਨੀ ਨਾਲ ਜਾਂ ਕਿਸਾਨ ਭਰਾਵਾਂ ਨਾਲ ਡਾਇਰੈਕਟ ਲਿੰਕ ਹੈਗਾ। ਸੋ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋਵੋਗੇ ਕਿ ਜਦੋਂ ਕਿਸਾਨ ਨੂੰ ਫਸਲ ਗਵਾਉਣੀ ਪੈ ਜਾਂਦੀ ਹੈ
ਨੈਚੁਰਲ ਕਲੈਮਿਟੀ ਕਰਕੇ ਉਦੋਂ ਉਹਦੇ ਤੇ ਕੀ ਬੀਤਦੀ ਹੈਗੀ ਹੈ। ਇਹ ਮਿਹਨਤ ਜਿਹੜੀ ਹੁੰਦੀ ਹੈ ਸੜਦੀ ਧੁੱਪ ਦੇ ਵਿੱਚ ਜਦੋਂ ਰਹਿ ਕੇ, ਜਾਂ ਠਿਠੁਰਦੀਆਂ ਸਰਦੀਆਂ ਦੇ ਵਿੱਚ ਰਹਿ ਕੇ ਜਦੋਂ ਫਸਲ ਵਾਹੁਣੀ ਹੁੰਦੀ ਆ ਔਰ ਮਿਹਨਤ ਕਰਕੇ ਫਿਰ ਥੱਕੇ ਟੁੱਟੇ ਘਰ ਆਉਣਾ ਹੁੰਦਾ, ਔਰ ਇਹ ਚੀਜ਼ ਰਿਪੀਟ ਜਿਹੜੀ ਹੁੰਦੀ ਹੈਗੀ ਆ, ਉਸ ਤੋਂ ਬਾਅਦ ਆਪਣੀ ਫਸਲ ਨੂੰ ਗਵਾ ਲੈਣਾ, ਇਹ ਬਹੁਤ ਜਿਹੜਾ ਨੁਕਸਾਨ ਜਿਹੜਾ ਆ ਦਿਲ ਦਹਿਲਾ ਦੇਣ ਵਾਲਾ ਹੁੰਦਾ। ਇਹ ਉੱਦਾਂ ਹੀ ਹੁੰਦਾ ਹੈ ਜਦੋਂ 9 ਮਹੀਨੇ ਮਾਂ ਆਪਣੇ ਪੁੱਤਰ ਨੂੰ ਜਾਂ ਧੀ ਨੂੰ ਕੁੱਖ 'ਚ ਪਾਲਦੀ ਹੈ ਅਤੇ ਉਹਦਾ ਜਨਮ ਨਾ ਲੈਣਾ ਜਾਂ ਕੋਈ ਇੱਦਾਂ ਦੀ ਚੀਜ਼ ਹੋ ਜਾਣਾ, ਮਿਸਕੈਰੇਜ ਹੋ ਜਾਣਾ, ਇਹ ਬਿਲਕੁਲ ਉਹਦੇ ਵਰਗਾ, ਇਹ ਦੁੱਖ ਉਹਦੇ ਵਰਗਾ ਹੀ ਹੁੰਦਾ ਹੈ। ਤੁਸੀਂ ਸਮਝ ਸਕਦੇ ਹੋ ਇਸ ਚੀਜ਼ ਦੀ ਇੰਟੈਂਸਿਟੀ ਹੈਗੀ ਆ ਕੀ ਹੈਗੀ ਆ। ਅਸੀਂ ਪਾਲਦੇ ਹਾਂ ਫਸਲਾਂ ਨੂੰ, ਕਿਸਾਨਾਂ ਦਾ ਜੋ ਕਹਿਣਾ ਵੀ ਆਪਾਂ ਪਾਲਦੇ ਹਾਂ, ਛੋਟੇ ਹੁੰਦਿਆਂ ਦੇਖਦੇ ਪਹਿਲੇ ਬੀਜ ਕਰਦੇ ਹਾਂ ਜੀ, ਫਿਰ ਜ਼ਮੀਨ ਵਾਹੁੰਦੇ ਹਾਂ, ਉਸ ਤੋਂ ਬਾਅਦ ਬੀਜ ਬੋਨੇ, ਫਿਰ ਛੋਟੇ ਤੋਂ ਵੱਡਾ ਹੁੰਦੇ ਦੇਖਦੇ ਹਾਂ, ਪਾਣੀ ਲਾਉਂਦੇ ਹਾਂ, ਪੂਰਾ ਖਿਆਲ ਰੱਖਦੇ, ਬੱਚਿਆਂ ਦਾ ਖਿਆਲ ਰੱਖਦੇ ਹਾਂ। ਪਰ ਉਹ ਫਸਲ ਜਦੋਂ ਇੱਦਾਂ ਹਨੇਰੀ ਤੂਫਾਨ ਆ ਕੇ ਤਬਾਹ ਹੋ ਜਾਵੇ, ਉਦੋਂ ਇਹ ਬਸ ਕਹਿਰੇ ਦੇ ਲਈ ਕੋਈ ਵਰਡਸ ਨਹੀਂ ਹੁੰਦੇ। ਔਰ ਸਿਰਫ ਨੁਕਸਾਨ ਉਹਨਾਂ ਨੂੰ ਨਹੀਂ ਹੁੰਦਾ, ਨੁਕਸਾਨ ਪੂਰੀ ਦੁਨੀਆ ਦੇ ਵਿੱਚ ਹੁੰਦਾ। ਜਦੋਂ ਕਿਸੇ ਚੀਜ਼ ਦਾ ਘਾਟਾ ਹੋ ਜਾਏ ਉਹਦੇ ਰੇਟ ਵੱਧ ਜਾਂਦੇ ਆ ਅਤੇ ਤੁਹਾਡੀ ਜੇਬ ਜਿਹੜੀ ਉਹ ਢਿੱਲੀ ਹੁੰਦੀ ਹੈ। ਖੈਰ ਆਓ ਗੱਲ ਕਰਦੇ ਹਾਂ ਕੁਝ ਕਿਸਾਨ ਵੀਰਾਂ ਨਾਲ ਜਿਨ੍ਹਾਂ ਨੇ ਆਪਣੀ ਆਪਣੀ ਰਾਏ ਦਿੱਤੀ ਇਹਦੇ ਉੱਤੇ, ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਸੀ। ਇਹ ਤੁਸੀਂ ਦੇਖੋ ਵੀ ਕਣਕ ਦੀ ਕੀ ਹਾਲ ਹੈ। ਤੇ ਕੱਲ ਵੀ ਬਾਰਿਸ਼ ਹੋਈ ਹੈ, ਅੱਗੇ ਵੀ ਬਾਰਿਸ਼ ਹੋਣ ਦੀ ਸੰਭਾਵਨਾ ਪੂਰੀ ਬਣੀ ਖੜੀ। ਤੇ ਮੰਡੀ ਦੇ ਵਿੱਚ ਤਾਂ ਅੱਗੇ ਹੀ ਪਤਾ ਹੀ ਹੈ ਤੁਹਾਨੂੰ ਕਿਸਾਨਾਂ ਦਾ ਕੀ ਹਾਲ ਹੁੰਦਾ। ਤੇ ਹੁਣ ਤੁਸੀਂ ਕੁੱਤਰੀ ਜਿਹੜੀ ਮਾਰ ਪਈ ਹੈ ਭਗਵਾਨ ਦੀ ਉਤੋਂ, ਉਹਦੇ ਨਾਲ ਕਿਸਾਨ ਦੀ ਹੋਰ ਵੀ ਹਾਲਤ ਮਾੜੀ ਹੋ ਗਈ। ਤੁਸੀਂ ਆਪ ਹੀ ਦੇਖ ਲਓ ਵੀ ਕਣਕ ਦਾ ਕਾਲਾ ਰੰਗ ਪੈਣਾ ਸ਼ੁਰੂ ਹੋ ਗਿਆ। ਤੇ ਇਹ 1-2 ਬਾਰਿਸ਼ਾਂ ਹੋਰ ਪੈ ਗਈਆਂ ਤੇ ਕਣਕ ਦਾ ਤਾਂ ਬਿਲਕੁਲ ਹੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਮੰਡੀ ਦੀ ਅੱਗੇ ਤਾਂ ਚਲੋ ਥੋੜੀ ਬਹੁਤੀ ਹੈਗੀ ਸੀ, ਹੁਣ ਜਿਵੇਂ ਬਾਰਿਸ਼ ਪੈ ਗਈ ਕਾਲੀ ਹੋ ਗਈ ਕਣਕ, ਹੁਣ ਤਾਂ ਬਿਲਕੁਲ ਨਖਰਾ ਜ਼ਿਆਦਾ ਵਾਜੇ ਗਾੜਦੀ ਹੈ। ਇਹ ਜੀ ਚੱਕਰੇ ਵੀ ਜਿਹੜੀ 3 ਦਿਨ ਤੋਂ ਬਾਰਿਸ਼ ਹੋ ਰਹੀ ਲਗਾਤਾਰ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ। ਇਹ ਮਤਲਬ ਕੀ ਅਨੁਮਾਨ ਸੀਗਾ ਵੀ ਕਿਸਾਨ ਦੀ ਫਸਲ ਬੰਪਰ ਫਸਲ ਹੋਵੇਗੀ, ਪਰ ਲੇਕਿਨ ਇਹ ਜਿਹੜਾ ਮੌਸਮ ਜਿਹੜਾ ਕੁਦਰਤੀ ਤੌਰ 'ਤੇ ਖਰਾਬ ਹੋ ਗਿਆ ਹੈ, ਇਹਦੇ ਨਾਲ ਕਿਸਾਨ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਖੜੀ ਫਸਲ ਡਿੱਗ ਪਈ ਹੈ, ਜਿਹਦੇ ਨਾਲ ਔਸਤਨ ਝਾੜ ਵੀ ਘਟੇਗਾ ਔਰ ਇਹਦੇ ਵਿੱਚ ਕਿਸਾਨ ਨੂੰ ਥੋੜ੍ਹੇ ਖਰਚੇ ਵੀ ਵਧਣਗੇ, ਕਿਉਂਕਿ ਲੇਬਰ ਮਹਿੰਗੀ ਹੋ ਜਾਏਗੀ, ਮਸ਼ੀਨ ਦੀ ਕਟਾਈ ਮਹਿੰਗੀ ਪਵੇਗੀ। ਇਹਦੇ ਨਾਲ 3 ਨੁਕਸਾਨ ਹੋ ਗਏ ਨੇ। ਇੱਕ ਤਾਂ ਖਰਚਾ ਵੱਧ ਗਿਆ, ਇੱਕ ਆਮਦਨ ਦੀ ਉਪਜ ਘਟ ਜਾਏਗੀ, ਆਪਣੀ ਕਣਕ ਦੀ ਉਪਜ ਘਟ ਜਾਏਗੀ। ਨੰਬਰ 2 3 ਤੇ ਮਤਲਬ ਜਿਹੜਾ ਦਾਣਾ ਦਾ ਜਿਹੜਾ ਬਿਲਕੁਲ ਵਧੀਆ ਤੇ ਨੋਰਮਲ ਸੀਗਾ, ਉਹ ਮਤਲਬ ਕਿ ਇਸ ਬਾਰਿਸ਼ ਦੇ ਕਾਰਨ ਮਲ ਕਮਜ਼ੋਰ ਹੋ ਗਿਆ, ਸੁੱਕਣਾ ਸ਼ੁਰੂ ਹੋ ਗਿਆ ਔਰ ਉਹ ਡੈਮੇਜ ਹੋ ਜਾਏਗਾ, ਕਾਲੇ ਰੰਗ ਦਾ ਹੋ ਜਾਏਗਾ। ਅੱਗੇ ਮੌਸਮ ਖਰਾਬ ਜਿਹੜਾ ਹੈ ਮਤਲਬ ਚੱਲ ਰਿਹਾ, ਤੇ ਅਜੇ ਵਿਗਿਆਨੀਆਂ ਨੇ ਮਹਿਰਾਂ ਨੇ ਕਿਹਾ ਕਿ ਅਜੇ 4 ਦਿਨ ਮੌਸਮ ਹੋਰ ਖਰਾਬ ਰਹੇਗਾ। ਔਰ ਇਹਦੇ ਨਾਲ ਜੇ ਨੁਕਸਾਨ ਦਾ ਤਾਂ ਨੁਕਸਾਨ ਪਹਿਲੇ ਨੁਕਸਾਨ ਜਿਹੜਾ ਕਿਸਾਨ ਵਰਗੇ ਇਹ ਤਾਂ ਪਹਿਲੋਂ ਹੀ ਕਰਜ਼ੇ ਦੀ ਮਾਰ ਹੇਠ ਦੱਬਿਆ ਹੋਇਆ ਹੈ। ਕੁਝ ਸਰਕਾਰਾਂ ਦੀ ਲਾਪਰਵਾਹੀ, ਕੁਝ ਕੁਦਰਤ ਦਾ ਕਹਿਰ, ਕਿਸਾਨ ਨੂੰ 2 ਪਾਸੇ ਮਾਰ ਪੈ ਰਹੀ ਹੈ। ਔਰ ਇਹਦਾ ਤਾਂ ਹੁਣ ਕਿਸਾਨ ਦਾ ਤਾਂ ਹੁਣ ਭਰੋਸਾ ਮਾਲਕ ਤੇ ਕੋਈ ਰੱਬ ਹੀ ਬਚਾਵੇ ਤਾਂ ਬਚਾਵੇ, ਪਰ ਫਿਰ ਵੀ ਅਸੀਂ ਮਤਲਬ ਸਰਕਾਰਾਂ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ। ਇਹ ਸਨ ਕੁਝ ਕਿਸਾਨ ਵੀਰ ਮਾਲਵਾ ਇਲਾਕੇ ਦੇ, ਉਹਨਾਂ ਨੇ ਆਪਣੇ ਆਪਣੇ ਦੁੱਖ ਪ੍ਰਗਟ ਕੀਤੇ ਹੈਗੇ ਆ। ਚਾਹੇ ਉਹ ਫਸਲ ਦਾ ਤਬਾਹ ਹੋਣਾ ਹੋਵੇ, ਚਾਹੇ ਉਹ ਆੜ੍ਹਤੀਆਂ ਦਾ ਟਰਬਲ ਕਰਨਾ ਹੋਵੇ, ਚਾਹੇ ਉਹ ਸਰਕਾਰ ਦੀਆਂ ਨੀਤੀਆਂ ਹੋਣ, ਇਹ ਸਾਰਾ ਕੁਝ ਮਿਲਾ ਕੇ ਜਿਹੜਾ ਆ ਟਰਬਲ ਕਿਹਨੂੰ ਕਰਦਾ? ਕਿਸਾਨ ਨੂੰ। ਅਤੇ ਜਦੋਂ ਕਿਸਾਨ ਨੂੰ ਟਰਬਲ ਹੁੰਦੀ ਹੈਗੀ ਆ, ਉਹੀ ਸੋਚਦਾ ਕਿ ਛੱਡ ਯਾਰ ਜ਼ਮੀਨ ਵੇਚੀਏ, ਮੁੰਡੇ ਨੂੰ ਬਾਹਰ ਭੇਜੀਏ, ਉੱਥੋਂ ਪੈਸੇ ਭੇਜਦਾ ਰਹੇਗਾ। ਜਾਂ ਫਿਰ ਉਹ ਦੂਜਾ ਰਸਤਾ ਅਪਣਾਉਂਦੇ ਆ, ਜੋ ਕਿ ਉਹ ਰਸਤਾ ਨਾ ਹੀ ਮੈਂ ਉਹਦੇ ਬਾਰੇ ਕਹਿ ਸਕਦਾ ਹਾਂ, ਨਾ ਹੀ ਮੈਂ ਚਾਹੁੰਦਾ ਹਾਂ ਕਿ ਆਪਾਂ ਉਹਦੇ ਬਾਰੇ ਕਦੀ ਵੀ ਸੋਚੀਏ। ਸੋ ਅਜੀਤ ਸਿੰਘ ਬੁਲੰਦ ਹੋਣਾ ਨੇ ਇੱਕ ਰਾਏ ਦਿੱਤੀ ਸੀ ਕਿ ਕਿਸਾਨਾਂ ਲਈ ਕੁਛ ਐਸਾ ਇੰਸ਼ੋਰੈਂਸ ਪਾਲਿਸੀ ਇਜਾਦ ਕੀਤੀ ਜਾਏ, ਜਿਹਦੇ ਵਿੱਚ ਉਹਨਾਂ ਦਾ ਜਦੋਂ ਇੱਦਾਂ ਦਾ ਨੁਕਸਾਨ ਹੋਵੇ ਅਤੇ ਉਹਨਾਂ ਨੂੰ ਜਿਹੜਾ ਆ ਮੁਆਵਜ਼ਾ ਮਿਲ ਜਾਵੇ। ਕੁਛ ਐਸੇ ਲੈਵਲ ਦੀ ਇੰਸ਼ੋਰੈਂਸ ਜਾਂ ਕੁਛ ਇੱਦਾਂ ਦੀ ਸਿਕਿਉਰ ਸਕੀਮ ਉਹਨਾਂ ਵਾਸਤੇ ਕੀਤੀ ਜਾਵੇ ਵੀ ਉਹ ਇੰਨੀ ਮਿਹਨਤ ਕਰਦੇ, ਫੂਡ ਬਾਸਕਟ ਆਫ ਇੰਡੀਆ ਪੰਜਾਬ ਨੂੰ ਬਣਾਉਂਦੇ ਹੈਗੇ ਆ, ਅਤੇ ਜੇ ਐਡਾ ਵੱਡਾ ਤਬਕਾ ਮਿਲਿਆ ਹੋਇਆ ਦੁਨੀਆ ਦੇ ਵਿੱਚ, ਤਾਂ ਉਹਨਾਂ ਲਈ ਕੁਛ ਸਰਕਾਰਾਂ ਨੂੰ ਕਰਨਾ ਚਾਹੀਦਾ। ਪਰ ਹੁਣ ਚੋਣ ਜਾਬਤਾ ਲੱਗੀ ਹੋਈ, ਹਾਲੇ ਤਾਂ ਕੁਛ ਨਹੀਂ ਹੋ ਸਕਦਾ, ਨਾ ਹੀ ਕੁਛ ਅਨਾਊਂਸਮੈਂਟ ਹੋਣੀ। ਪਰ ਜਿਨ੍ਹਾਂ ਨੇ ਨੁਕਸਾਨ ਜਿਨ੍ਹਾਂ ਨੇ ਝੇਲਿਆ ਹੈਗਾ, ਅਤੇ ਉਹਨਾਂ ਦਾ ਰੱਬ ਹੀ ਰਾਖਾ ਹੈਗਾ, ਅੱਗੇ ਆਪਾਂ ਕਹਿ ਸਕਦੇ ਹਾਂ। ਪਰ ਇਹ 'ਚ ਬਹੁਤ ਵੱਡਾ ਫੈਕਟਰ ਕਲਾਈਮੇਟ ਦਾ ਹੈਗਾ। ਕਲਾਈਮੇਟਿਕ ਚੇਂਜਿਸ ਜਿਹੜੇ ਆ ਉਹ ਜਿਹੜਾ ਵੈਦਰ ਹੁੰਦਾ ਉਹਦੇ 'ਤੇ ਬਹੁਤ ਇਫੈਕਟ ਪਾਉਂਦੇ ਹੈਗੇ। ਸਡਨ ਵੈਦਰ ਚੇਂਜਿਸ ਜਿਹੜੇ ਆ ਉਹ ਇਹਦੇ ਕਰਕੇ ਹੀ ਹੁੰਦੇ ਹੈਗੇ। ਸੋ ਪੋਲਿਊਸ਼ਨ ਦੀ ਰੋਕਥਾਮ ਜਿਹੜੀ ਹੈ ਉਹ ਕਰਨੀ ਬਹੁਤ ਜ਼ਰੂਰੀ ਹੈਗੀ। ਔਰ ਪੰਜਾਬ 'ਚ ਲਗਾਤਾਰ ਪੋਲਿਊਸ਼ਨ ਵੱਧਦਾ ਜਾ ਰਿਹਾ, ਖਾਸ ਕਰਕੇ ਲੁਧਿਆਣਾ ਬੈਲਟ ਦੀ ਆਪਾਂ ਗੱਲ ਕਰੀਏ, ਕਾਰਾਂ ਦੀ ਇੱਥੇ ਵਿਕਰੀ ਇੱਦਾਂ ਹੁੰਦੀ ਆ, ਕਿਸੇ ਵੀ ਚੀਜ਼ ਲਾ ਲਓ ਵੀ ਜਿੱਦਾਂ ਟੌਫੀਆਂ ਜਾਂ ਗੋਲੀਆਂ ਦੀ ਦੁਕਾਨ 'ਤੇ ਜਾ ਕੇ ਕਾਰਾਂ ਖਰੀਦਦਾ ਹੈ, ਇੱਦਾਂ ਦੀ ਚੀਜ਼ ਹੈਗੀ ਆ। ਸੋ ਪੋਲਿਊਸ਼ਨ ਹੋਣਾ, ਸਤਲੁਜ ਦਰਿਆ ਦਾ ਗੰਦਾ ਹੋਣਾ,
ਫਿਰ ਉਸ ਤੋਂ ਬਾਅਦ ਲਗਾਤਾਰ ਘਰ ਬਣਾਏ ਜਾਣੇ, ਫਸਲਾਂ ਕੱਟੀਆਂ ਜਾਣੀਆਂ, ਪੇੜ ਕੱਟੇ ਜਾਣੇ, ਇਹ ਸਾਰਾ ਕੁਝ, ਨਾੜਾਂ ਨੂੰ ਅੱਗ ਲਾਣੀ, ਇਹ ਸਾਰਾ ਕੁਝ ਘੁੰਮ ਘੁਮਾ ਕੇ ਜਿਹੜਾ ਇਫੈਕਟ ਸਾਡੇ ਤੇ ਹੀ ਕਰਦਾ। ਔਰ ਇਸ ਚੀਜ਼ ਨੂੰ ਰੀਅਲਾਈਜ਼ ਕਿੰਨੇ ਕਰਨਾ, ਅਸੀਂ ਕਰਨਾ ਹੈਗਾ। ਮੈਂ ਚਾਹੁੰਦਾ ਤੁਸੀਂ ਇਹਦੇ ਉੱਤੇ ਜ਼ਰੂਰ ਧਿਆਨ ਦਿਓ ਇਸ ਚੀਜ਼ ਬਾਰੇ, ਅਤੇ ਆਪਣੇ ਕਿਸਾਨ ਭਰਾਵਾਂ ਨੂੰ ਜ਼ਰੂਰ ਸਮਝਾਓ ਕਿ ਜਿਹੜੀ ਉਹ ਨਾੜ ਆ ਉਹ ਨਾ ਵੱਢੀ ਜਾਵੇ, ਜਾਂ ਜਿਹੜੇ ਆਰਗੈਨਿਕ ਖੇਤੀ ਆ ਇੱਦਾਂ ਦੀ ਖੇਤੀ ਕਰਨ ਜਿਹਦੇ 'ਚ ਪੋਲਿਊਸ਼ਨ ਘੱਟ ਹੋਵੇ। ਪਲੱਸ ਜਿਹੜੇ ਤੁਹਾਡੇ ਰਿਸ਼ਤੇਦਾਰ ਹੈਗੇ ਆ ਉਹਨਾਂ ਨੂੰ ਵੀ ਤੁਸੀਂ ਸਮਝਾਉਣਾ ਹੈਗਾ, ਕਿਉਂਕਿ ਅਸੀਂ ਮੱਤ ਦਿਆਂਗੇ ਤੇ ਅਗਲਿਆਂ ਤੱਕ ਮੱਤ ਪਹੁੰਚੇਗੀ। ਅਸੀਂ ਤੇ ਇੱਥੇ ਆ ਕੇ ਬਹੁਤ, ਤੁਸੀਂ ਕਹਿੰਦੇ ਵੀ ਤਰੱਕੀ ਕਰ ਲਈ, ਇੱਥੇ ਬੈਟਰੀ ਤੇ ਕਾਰਾਂ ਚੱਲ ਰਹੀਆਂ, ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਐਸੇ ਸਪੈਸੀਫਿਕ ਰੀਜਨ ਬਣ ਜਾਣੇ ਵੀ ਜਿਹਦੇ ਵਿੱਚ ਐਮਿਸ਼ਨ ਲੋ ਹੋ ਜਾਣਾ, ਅਲਟਰਾ ਲੋ ਐਮਿਸ਼ਨ ਆ ਰਹੇ। ਇਹ ਚੀਜ਼ਾਂ ਉੱਥੇ ਵੀ ਮੱਤ ਦਿਆ ਕਰੋ ਵੀ ਆਪਣੀ ਸਰਕਾਰ ਤੋਂ ਡਿਮਾਂਡ ਕਰਨ, ਜਾਂ ਖੁਦ ਜਿਹੜਾ ਇਸ ਚੀਜ਼ ਨੂੰ ਰੀਅਲਾਈਜ਼ ਕਰਨ ਵੀ ਜੇ ਆਪਾਂ ਛੋਟਾ ਡਿਸਟੈਂਸ ਤੈਅ ਕਰਨਾ ਤੇ ਉਹ 'ਚ ਕਾਰ ਨਾ ਲੈ ਕੇ ਜਾਈਏ, ਪਬਲਿਕ ਟਰਾਂਸਪੋਰਟ ਦੀ ਜ਼ਿਆਦਾ ਯੂਜ਼ ਕਰੀਏ। ਇਹ ਚੀਜ਼ਾਂ ਜਿਹੜੀਆਂ ਆ ਜੇ ਆਪਾਂ ਫੋਲੋ ਕਰਦੇ ਹਾਂ, ਇੱਕ ਬੰਦਾ ਵੀ ਫੋਲੋ ਕਰੇ ਉੱਤੇ ਇਫੈਕਟ ਪੈਂਦਾ, ਇੱਕ ਬੰਦੇ ਨੂੰ ਦੇਖ ਕੇ ਦੂਜਾ ਬੰਦਾ ਇੰਸਪਾਇਰ ਹੁੰਦਾ। ਸੋ ਇੱਦਾਂ ਚੀਜ਼ ਜਿਹੜੀ ਹੈ ਅੱਗੇ ਵੱਧਦੀ ਜਾਂਦੀ ਹੈ। ਅੱਜ ਦਾ ਮੁੱਦਾ ਸ਼ੋਅ ਸੀਗਾ ਸਪੈਸ਼ਲ ਕਿਸਾਨਾਂ ਵਾਸਤੇ, ਤੇ ਉਹਨਾਂ ਤੇ ਜਿਹੜਾ ਨੁਕਸਾਨ ਹੋਇਆ, ਜਿਹੜੀ ਆ ਪ੍ਰਾਕ੍ਰਿਤਿਕ ਆਪਦਾ ਉਹਨਾਂ ਤੇ ਆਈ ਹੈਗੀ ਆ। ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਕਿ ਅਰਦਾਸ ਕਰੇ ਉਹਨਾਂ ਕਿਸਾਨਾਂ ਲਈ ਜਿਨ੍ਹਾਂ ਦਾ ਨੁਕਸਾਨ ਹੋਇਆ ਹੈਗਾ, ਤੇ ਰੱਬ ਉਹਨਾਂ ਲੋਕਾਂ ਨੂੰ ਸਮੱਤ ਬਖਸ਼ੇ ਜਿਹੜੇ ਲੋਕਾਂ ਨੇ ਕਿਸਾਨਾਂ ਦੇ ਵੈਲਫੇਅਰ ਲਈ ਕੁਝ ਕਰਨਾ ਹੈਗਾ। ਇਹੀ ਕਹਿੰਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।